ਸਤਿ ਸ਼੍ਰੀ ਅਕਾਲ ਜੀ। ਐਗਜ਼ਾਮ ਪਲੱਸ ਐਜੂਕੇਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਛਲਾ ਹਫਤਾ ਤੱਕ ਖਬਰਾਂ ਨਾਲ ਬਿਲਕੁਲ ਭਰਿਆ ਹੋਇਆ ਸੀ, ਹੈ ਨਾ? ਤਾਂ ਆਪਾਂ ਸੋਚਿਆ ਕਿਉਂ ਨਾ ਇਸ ਵਾਰੀ ਕੁਝ ਵੱਡੀਆਂ ਖਬਰਾਂ ਨੂੰ ਇੱਕ ਸਵਾਲ-ਜਵਾਬ ਦੇ ਅੰਦਾਜ਼ 'ਚ ਦੇਖੀਏ। ਇਸ ਨਾਲ ਆਪਣੀ ਜਾਣਕਾਰੀ ਵੀ ਪਰਖੀ ਜਾਵੇਗੀ ਤੇ ਖਬਰਾਂ ਦੇ ਅਸਲ ਮਾਇਨੇ ਵੀ ਸਮਝ ਆ ਜਾਣਗੇ। ਤਾਂ ਫਿਰ ਚਲੋ ਸ਼ੁਰੂ ਕਰੀਏ। ਤਾਂ ਸਭ ਤੋਂ ਪਹਿਲਾ ਸਵਾਲ ਤੇ ਇਹ ਜੁੜਿਆ ਹੋਇਆ ਹੈ ਸਾਡੇ ਭਵਿੱਖ ਦੀ ਊਰਜਾ ਨਾਲ। ਦੇਖੋ, ਭਾਰਤ ਨਾ ਗ੍ਰੀਨ ਟੈਕਨੋਲੋਜੀ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਹਾਈਡਰੋਜਨ ਨਾਲ ਚੱਲਣ ਵਾਲੀਆਂ ਟ੍ਰੇਨਾਂ ਇਹ ਤਾਂ ਇੱਕ ਬਹੁਤ ਹੀ ਵੱਡਾ ਕਦਮ ਹੈ ਇਸ ਪਾਸੇ। ਸੋਚੋ, ਵਾਤਾਵਰਣ ਲਈ ਕਿੰਨਾ ਵਧੀਆ ਹੈ, ਪ੍ਰਦੂਸ਼ਣ ਕਿੰਨਾ ਘਟੇਗਾ। ਤਾਂ ਸਵਾਲ ਸਿੱਧਾ ਜਿਹਾ ਹੈ ਕਿ ਇਹ ਇਤਿਹਾਸਿਕ ਸ਼ੁਰੂਆਤ ਕਿਹੜੇ ਸੂਬੇ ਤੋਂ ਹੋਣ ਜਾ ਰਹੀ ਹੈ? ਅੱਛਾ, ਇਸ ਸਵਾਲ ਦਾ ਜਵਾਬ ਤਾਂ ਆਪਾਂ ਦੇਖਾਂਗੇ ਹੀ, ਪਰ ਇਹ ਤਾਂ ਸਿਰਫ ਸ਼ੁਰੂਆਤ ਹੈ। ਅੱਜ ਆਪਾਂ ਇਸੇ ਤਰ੍ਹਾਂ ਦੇ ਹੋਰ ਵੀ ਕਈ ਸਵਾਲਾਂ ਤੇ ਗੱਲ ਕਰਾਂਗੇ। ਆਪਾਂ ਦੇਖਾਂਗੇ ਕਿ ਦੇਸ਼ ਦੀਆਂ ਨੀਤੀਆਂ ਵਿੱਚ ਕੀ ਚੱਲ ਰਿਹਾ ਹੈ, ਟੈਕਨੋਲੋਜੀ ਤੇ ਵਾਤਾਵਰਣ ਦੇ ਖੇਤਰ ਵਿੱਚ ਕੀ ਨਵਾਂ ਹੋਇਆ ਤੇ ਦੁਨੀਆ ਭਰ ਵਿੱਚ ਭਾਰਤ ਦੇ ਰਿਸ਼ਤੇ ਕਿਵੇਂ ਬਦਲ ਰਹੇ ਨੇ। ਸੋ ਇੱਕ-ਇੱਕ ਕਰਕੇ ਸਾਰੀਆਂ ਖਬਰਾਂ ਤੇ ਨਜ਼ਰ ਮਾਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਓ ਦੇਖੀਏ ਰਾਸ਼ਟਰੀ ਪੱਧਰ ਤੇ ਕੀ ਕੁਝ ਹੋਇਆ। ਇਸ ਹਫ਼ਤੇ ਸਰਕਾਰ ਨੇ ਕੁਝ ਬਹੁਤ ਵੱਡੇ ਫੈਸਲੇ ਲਏ ਨੇ ਤੇ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਨੇ, ਜਿਨ੍ਹਾਂ ਦਾ ਅਸਰ ਸਾਨੂੰ ਆਉਣ ਵਾਲੇ ਸਮੇਂ ਵਿੱਚ ਸਾਫ਼-ਸਾਫ਼ ਦਿਖਾਈ ਦੇਵੇਗਾ। ਆਪਣਾ ਅਗਲਾ ਸਵਾਲ ਜੁੜਿਆ ਹੈ ਭਾਰਤ ਦੇ ਸ਼ਾਨਦਾਰ ਇਤਿਹਾਸ ਤੇ ਸੱਭਿਆਚਾਰਕ ਵਿਰਸੇ ਨਾਲ। ਹੁਣੇ-ਹੁਣੇ ਸੋਮਨਾਥ ਸਵੈਭਿਮਾਨ ਪਰਵ ਬੜੇ ਹੀ ਜੋਸ਼ ਨਾਲ ਮਨਾਇਆ ਗਿਆ, ਪਰ ਸਵਾਲ ਇਹ ਹੈ ਕਿ ਇਸ ਦੇ ਪਿੱਛੇ ਕਿਹੜੀ ਵੱਡੀ ਇਤਿਹਾਸਿਕ ਘਟਨਾ ਹੈ ਜਿਸ ਨੂੰ ਯਾਦ ਕੀਤਾ ਜਾ ਰਿਹਾ ਹੈ? ਤਾਂ ਇਸ ਦਾ ਜਵਾਬ ਹੈ ਕਿ ਇਹ ਪਰਵ ਮਨਾਇਆ ਗਿਆ ਕਿਉਂਕਿ ਇਤਿਹਾਸਿਕ ਸੋਮਨਾਥ ਮੰਦਿਰ ਤੇ ਹੋਏ ਪਹਿਲੇ ਰਿਕਾਰਡਡ ਹਮਲੇ ਨੂੰ ਪੂਰੇ 1000 ਸਾਲ ਹੋ ਗਏ ਹਨ। ਸੋਚੋ, 1000 ਸਾਲ! ਇਹ ਦਿਨ ਅਸਲ ਵਿੱਚ ਭਾਰਤ ਦੇ ਸੱਭਿਆਚਾਰਕ ਵਿਰਸੇ ਦੀ ਮਜ਼ਬੂਤੀ, ਉਸ ਦੀ ਸਹਿਨਸ਼ੀਲਤਾ ਅਤੇ ਵਾਰ-ਵਾਰ ਖੜੇ ਹੋਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਚਲੋ, ਸੱਭਿਆਚਾਰਕ ਵਿਰਾਸਤ ਤੋਂ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਦੇਸ਼ ਦੀ ਲਾਈਫਲਾਈਨ ਯਾਨੀ ਕਿ ਭਾਰਤੀ ਰੇਲਵੇ ਦੀ। ਦੇਖੋ, ਰੇਲਵੇ ਆਪਣੇ ਕਰਮਚਾਰੀਆਂ ਦੀ ਮਿਹਨਤ ਦਾ ਸਨਮਾਨ ਕਰਨ ਲਈ ਹਰ ਸਾਲ ਅਵਾਰਡ ਦਿੰਦਾ ਹੈ। ਤਾਂ ਸਵਾਲ ਇਹ ਹੈ ਕਿ ਸਾਲ 2025 ਲਈ ਅਤੀ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ ਕਿੰਨੇ ਲੋਕਾਂ ਨੂੰ ਮਿਲਿਆ? ਜਵਾਬ ਹੈ ਪੂਰੇ 100। ਜੀ ਹਾਂ, ਪੂਰੇ 100 ਲੋਕ। ਇਹ ਨੰਬਰ ਆਪਣੇ ਆਪ ਵਿੱਚ ਦੱਸਦਾ ਹੈ ਕਿ ਰੇਲਵੇ ਆਪਣੇ ਕਰਮਚਾਰੀਆਂ ਦੇ ਸ਼ਾਨਦਾਰ ਕੰਮ ਨੂੰ ਕਿੰਨੇ ਵੱਡੇ ਪੱਧਰ ਤੇ ਮਾਨਤਾ ਦੇ ਰਿਹਾ ਹੈ। ਬਿਲਕੁਲ, ਪੂਰੇ 100 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਸਨਮਾਨ ਮਿਲਿਆ। ਇਹ ਪ੍ਰੋਗਰਾਮ ਦਿੱਲੀ ਦੇ ਬਹੁਤ ਹੀ ਸ਼ਾਨਦਾਰ ਯਸ਼ੋਭੂਮੀ ਵਿੱਚ ਰੱਖਿਆ ਗਿਆ ਸੀ ਤੇ ਖਾਸ ਗੱਲ ਇਹ ਸੀ ਕਿ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਖੁਦ ਇਹ ਪੁਰਸਕਾਰ ਦਿੱਤੇ ਤੇ ਸਾਰਿਆਂ ਦੇ ਕੰਮ ਦੀ ਤਾਰੀਫ ਵੀ ਕੀਤੀ। ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਫਿਊਚਰ ਦੀ ਟੈਕਨੋਲੋਜੀ ਯਾਨੀ ਕਿ AI ਦੀ, ਮਤਲਬ ਆਰਟੀਫੀਸ਼ੀਅਲ ਇੰਟੈਲੀਜੈਂਸ। ਹੁਣ 6 ਜਨਵਰੀ ਨੂੰ ਇੱਕ ਬਹੁਤ ਵੱਡਾ AI ਸਕਿਲਿੰਗ ਪ੍ਰੋਗਰਾਮ ਸ਼ੁਰੂ ਹੋਇਆ ਹੈ। ਇਸ ਦਾ ਮਕਸਦ ਹੈ ਦੇਸ਼ ਨੂੰ ਟੈਕਨੋਲੋਜੀ ਵਿੱਚ ਹੋਰ ਅੱਗੇ ਲੈ ਕੇ ਜਾਣਾ। ਤਾਂ ਸਵਾਲ ਇਹ ਹੈ ਕਿ ਇਹ ਪ੍ਰੋਗਰਾਮ ਖਾਸ ਤੌਰ ਤੇ ਕਿਹਨਾਂ ਲਈ ਹੈ? ਤਾਂ ਇਸ ਪ੍ਰੋਗਰਾਮ ਦਾ ਮੇਨ ਟਾਰਗੇਟ ਹੈ 10 ਲੱਖ ਨੌਜਵਾਨਾਂ ਤੇ ਛੋਟੇ ਕਾਰੋਬਾਰੀਆਂ ਨੂੰ AI ਦੇ ਗੁਰ ਸਿਖਾਉਣਾ। ਇਹ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਉਣ ਵਾਲੇ ਡਿਜੀਟਲ ਦੌਰ ਲਈ ਤਿਆਰ ਹੋ ਸਕਣ ਤੇ ਆਪਣੇ ਲਈ ਨਵੇਂ-ਨਵੇਂ ਮੌਕੇ ਬਣਾ ਸਕਣ। ਚਲੋ, ਦੇਸ਼ ਦੀਆਂ ਨੀਤੀਆਂ ਤੋਂ ਹੁਣ ਆਪਾਂ ਅੱਗੇ ਵਧਦੇ ਹਾਂ ਸਾਇੰਸ, ਟੈਕਨੋਲੋਜੀ ਤੇ ਵਾਤਾਵਰਣ ਦੇ ਖੇਤਰ ਵੱਲ। ਦੇਖਦੇ ਹਾਂ ਕਿ ਇਸ ਹਫ਼ਤੇ ਇੱਥੇ ਕੀ ਦਿਲਚਸਪ ਹੋਇਆ। ਦੇਖੋ, ਰੋਡ ਸੇਫਟੀ ਇੱਕ ਇਹੋ ਜਿਹਾ ਮੁੱਦਾ ਹੈ ਜਿਸ ਦੀ ਚਿੰਤਾ ਆਪਾਂ ਸਾਰਿਆਂ ਨੂੰ ਹੈ ਤੇ ਹੁਣ ਟੈਕਨੋਲੋਜੀ ਇਸ ਵਿੱਚ ਇੱਕ ਵੱਡਾ ਰੋਲ ਨਿਭਾ ਸਕਦੀ ਹੈ। ਭਾਰਤ ਵਿੱਚ ਹੁਣ ਇੱਕ ਨਵੀਂ ਤਕਨੀਕ ਆ ਰਹੀ ਹੈ V2V ਯਾਨੀ ਵਹੀਕਲ ਟੂ ਵਹੀਕਲ ਕਮਿਊਨੀਕੇਸ਼ਨ। ਤਾਂ ਸਵਾਲ ਇਹ ਹੈ ਕਿ ਇਸ ਦਾ ਅਸਲ ਮਕਸਦ ਕੀ ਹੈ? ਇਸ ਦਾ ਸਿੱਧਾ ਮਕਸਦ ਹੈ ਗੱਡੀਆਂ ਨੂੰ ਆਪਸ ਵਿੱਚ ਗੱਲਬਾਤ ਕਰਨ ਦੇ ਕਾਬਿਲ ਬਣਾਉਣਾ। ਮਤਲਬ ਗੱਡੀਆਂ ਇੱਕ ਦੂਜੇ ਨੂੰ ਕਿਸੇ ਵੀ ਖਤਰੇ ਜਾਂ ਟੱਕਰ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਵਾਰਨਿੰਗ ਦੇ ਦੇਣਗੀਆਂ ਤੇ ਉਮੀਦ ਇਹੀ ਹੈ ਕਿ ਇਸ ਨਾਲ ਸੜਕ ਹਾਦਸਿਆਂ ਵਿੱਚ ਬਹੁਤ ਵੱਡੀ ਕਮੀ ਆਵੇਗੀ। ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਸਟਾਰਟਅਪਸ ਦਾ ਇੱਕ ਵੱਡਾ ਹੱਬ ਬਣਦਾ ਜਾ ਰਿਹਾ ਹੈ, ਪਰ ਡੀਪ ਟੈਕ ਸਟਾਰਟਅਪਸ ਯਾਨੀ ਕਿ ਬਹੁਤ ਹੀ ਐਡਵਾਂਸਡ ਟੈਕਨੋਲੋਜੀ ਵਾਲੇ ਸਟਾਰਟਅਪਸ, ਉਹਨਾਂ ਲਈ ਇੱਕ ਖਾਸ ਪਾਲਿਸੀ ਦੀ ਲੋੜ ਸੀ। ਤਾਂ ਹੁਣ ਇੱਕ ਸੂਬੇ ਨੇ ਇਸ ਮਾਮਲੇ ਵਿੱਚ ਪਹਿਲ ਕੀਤੀ ਹੈ ਤੇ ਦੇਸ਼ ਦੀ ਪਹਿਲੀ ਡੀਪ ਟੈਕ ਸਟਾਰਟਅਪ ਪਾਲਿਸੀ ਲਾਂਚ ਕਰ ਦਿੱਤੀ ਹੈ। ਦੱਸੋ, ਉਹ ਕਿਹੜਾ ਸੂਬਾ ਹੈ? ਤੇ ਇਹ ਕੰਮ ਕੀਤਾ ਹੈ ਤਾਮਿਲਨਾਡੂ ਨੇ। ਬਿਲਕੁਲ, ਇਸ ਪਾਲਿਸੀ ਦੇ ਨਾਲ ਤਾਮਿਲਨਾਡੂ ਨੇ ਦੇਸ਼ ਵਿੱਚ ਡੀਪ ਟੈਕ ਇਨੋਵੇਸ਼ਨ ਦੇ ਲੀਡਰ ਵਜੋਂ ਉੱਭਰਨ ਲਈ ਇੱਕ ਬਹੁਤ ਹੀ ਮਜ਼ਬੂਤ ਕਦਮ ਚੁੱਕਿਆ ਹੈ। ਅੱਗੇ ਵਧਦੇ ਹਾਂ ਇੱਕ ਅਜਿਹੇ ਸਵਾਲ ਵੱਲ ਜਿਸ ਦਾ ਸਬੰਧ ਸਾਡੀ ਖੇਤੀਬਾੜੀ ਨਾਲ ਹੈ ਤੇ ਇਹ ਪੂਰੀ ਦੁਨੀਆ ਦੇ ਪੱਧਰ ਤੇ ਇੱਕ ਵੱਡੀ ਤਬਦੀਲੀ ਦਾ ਇਸ਼ਾਰਾ ਕਰ ਰਿਹਾ ਹੈ। ਸਵਾਲ ਹੈ ਕਿ ਚਾਵਲਾਂ ਦੇ ਉਤਪਾਦਨ ਵਿੱਚ ਦੁਨੀਆ ਦਾ ਨੰਬਰ 1 ਦੇਸ਼ ਹੁਣ ਕੌਣ ਬਣ ਗਿਆ ਹੈ?
ਇਹ ਸੱਚਮੁੱਚ ਇੱਕ ਬਹੁਤ ਵੱਡੀ ਖਬਰ ਹੈ। ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਹੁਣ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਬਣ ਗਿਆ ਹੈ। ਇਹ ਭਾਰਤੀ ਖੇਤੀਬਾੜੀ ਲਈ ਤੇ ਖਾਸ ਕਰਕੇ ਸਾਡੇ ਕਿਸਾਨਾਂ ਦੀ ਸਖਤ ਮਿਹਨਤ ਲਈ ਇੱਕ ਇਤਿਹਾਸਿਕ ਪਲ ਹੈ। ਚਲੋ ਹੁਣ ਆਪਾਂ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਗਲੋਬਲ ਸਟੇਜ ਤੇ ਭਾਰਤ ਦਾ ਕੀ ਰੋਲ ਰਿਹਾ ਤੇ ਹੋਰ ਕਿਹੜੀਆਂ ਵੱਡੀਆਂ ਅੰਤਰਰਾਸ਼ਟਰੀ ਘਟਨਾਵਾਂ ਹੋਈਆਂ। ਅਕਸਰ ਆਪਾਂ ਸੋਚਦੇ ਹਾਂ ਕਿ ਡਿਪਲੋਮੇਸੀ ਸਿਰਫ ਸਰਕਾਰਾਂ ਦਾ ਕੰਮ ਹੈ, ਪਰ ਅਜਿਹਾ ਨਹੀਂ ਹੈ। ਸਾਡੀ ਨਿਆਂਪਾਲਿਕਾ ਯਾਨੀ ਜੁਡੀਸ਼ਰੀ ਵੀ ਇਸ ਵਿੱਚ ਇੱਕ ਅਹਿਮ ਰੋਲ ਨਿਭਾਉਂਦੀ ਹੈ। ਹੁਣੇ ਭਾਰਤ ਦੀ ਸੁਪਰੀਮ ਕੋਰਟ ਨੇ ਕਾਨੂੰਨੀ ਸਹਿਯੋਗ ਵਧਾਉਣ ਲਈ ਇੱਕ ਗੁਆਂਢੀ ਦੇਸ਼ ਨਾਲ ਇੱਕ ਖਾਸ ਸਮਝੌਤਾ ਕੀਤਾ ਹੈ। ਤਾਂ ਸਵਾਲ ਇਹ ਹੈ ਕਿ ਉਹ ਦੇਸ਼ ਕਿਹੜਾ ਹੈ? ਤਾਂ ਜੀ ਇਹ ਸਮਝੌਤਾ ਹੋਇਆ ਹੈ ਭਾਰਤ ਦੇ ਬਹੁਤ ਹੀ ਕਰੀਬੀ ਮਿੱਤਰ ਸਾਡੇ ਗੁਆਂਢੀ ਦੇਸ਼ ਭੂਟਾਨ ਨਾਲ। ਇਸ ਸਮਝੌਤੇ ਨਾਲ ਕੀ ਹੋਵੇਗਾ ਕਿ ਦੋਹਾਂ ਦੇਸ਼ਾਂ ਦੀਆਂ ਸੁਪਰੀਮ ਕੋਰਟਾਂ ਆਪਸ ਵਿੱਚ ਗਿਆਨ ਤੇ ਤਜਰਬਾ ਸਾਂਝਾ ਕਰਨਗੀਆਂ। ਇਸ ਨਾਲ ਦੋਵਾਂ ਦੇਸ਼ਾਂ ਦੇ ਨਿਆਇਕ ਸਬੰਧ ਹੋਰ ਵੀ ਪੱਕੇ ਹੋਣਗੇ। ਤਾਂ ਇਹ ਸਨ ਇਸ ਹਫ਼ਤੇ ਦੀਆਂ ਕੁਝ ਵੱਡੀਆਂ ਖਬਰਾਂ ਸਵਾਲ ਜਵਾਬ ਦੇ ਰੂਪ ਵਿੱਚ। ਪਰ ਇਹਨਾਂ ਸਾਰੀਆਂ ਵੱਖ-ਵੱਖ ਖਬਰਾਂ ਦਾ ਅਸਲ ਵਿੱਚ ਮਤਲਬ ਕੀ ਨਿਕਲਦਾ ਹੈ? ਚਲੋ ਇਹਨਾਂ ਸਾਰੀਆਂ ਕੜੀਆਂ ਨੂੰ ਜੋੜ ਕੇ ਦੇਖਦੇ ਹਾਂ ਕਿ ਦੇਸ਼ ਤੇ ਦੁਨੀਆ ਆਖਿਰ ਜਾ ਕਿਸ ਪਾਸੇ ਰਹੇ ਹਨ। ਜਦੋਂ ਆਪਾਂ ਇਹਨਾਂ ਸਾਰੀਆਂ ਖਬਰਾਂ ਨੂੰ ਇੱਕ ਵੱਡੀ ਤਸਵੀਰ ਵਾਂਗ ਦੇਖਦੇ ਹਾਂ ਤਾਂ ਸਾਨੂੰ ਕਿਹੜੇ ਵੱਡੇ ਟ੍ਰੈਂਡਸ ਜਾਂ ਰੁਝਾਨ ਨਜ਼ਰ ਆਉਂਦੇ ਨੇ। ਦੇਖੋ ਇਸ ਹਫ਼ਤੇ ਦੀਆਂ ਖਬਰਾਂ ਤੋਂ ਨਾ ਮੋٹے 4 ਟ੍ਰੈਂਡਸ ਸਾਹਮਣੇ ਆਉਂਦੇ ਨੇ। ਸਭ ਤੋਂ ਪਹਿਲਾਂ ਤਾਂ ਟੈਕਨੋਲੋਜੀ ਤੇ ਪੂਰਾ ਜ਼ੋਰ ਹੈ, ਜਿਵੇਂ ਆਪਾਂ AI ਸਕਿਲਿੰਗ ਤੇ V2V ਟੈਕਨੋਲੋਜੀ ਦੀ ਗੱਲ ਕੀਤੀ। ਦੂਜਾ ਵਾਤਾਵਰਣ ਨੂੰ ਲੈ ਕੇ ਇੱਕ ਜ਼ਿੰਮੇਵਾਰੀ ਦਿਖ ਰਹੀ ਹੈ, ਜਿਸ ਦੀ ਮਿਸਾਲ ਹੈ ਹਾਈਡਰੋਜਨ ਟ੍ਰੇਨ। ਤੀਜਾ ਦੁਨੀਆ ਭਰ ਵਿੱਚ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਵੇਂ ਭੂਟਾਨ ਨਾਲ ਸਮਝੌਤਾ। ਤੇ ਚੌਥਾ ਤੇ ਬਹੁਤ ਅਹਿਮ, ਆਪਣੇ ਸੱਭਿਆਚਾਰਕ ਵਿਰਸੇ ਨੂੰ ਸਾਂਭਣ ਦੀ ਕੋਸ਼ਿਸ਼, ਜਿਸ ਦਾ ਸਬੂਤ ਸੋਮਨਾਥ ਪਰਵ। ਤਾਂ ਅੰਤ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਬਣਦਾ ਹੈ ਕਿ ਟੈਕਨੋਲੋਜੀ, ਵਿਰਾਸਤ, ਵਾਤਾਵਰਣ ਤੇ ਡਿਪਲੋਮੇਸੀ, ਇਹਨਾਂ ਸਾਰੇ ਖੇਤਰਾਂ ਵਿੱਚ ਚੁੱਕੇ ਗਏ ਇਹ ਕਦਮ ਮਿਲ ਕੇ ਸਾਲ 2026 ਨੂੰ ਕੀ ਸ਼ਕਲ ਦੇਣਗੇ? ਇਹਨਾਂ ਸਭ ਦਾ ਸਾਡੇ ਸਾਰਿਆਂ ਦੇ ਭਵਿੱਖ ਤੇ ਕੀ ਅਸਰ ਪਵੇਗਾ? ਇਸ ਬਾਰੇ ਸੋਚਣ ਲਈ ਇੱਕ ਵਧੀਆ ਨੁਕਤਾ ਹੈ। ਚਲੋ ਇਸੇ ਸੋਚ ਨਾਲ ਅੱਜ ਦਾ ਇਹ ਸਿਲਸਿਲਾ ਖਤਮ ਕਰਦੇ ਹਾਂ। ਅਗਲੇ ਹਫ਼ਤੇ ਨਵੀਆਂ ਖਬਰਾਂ ਨਾਲ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।